ਹੈਲੋ ਸਟੂਡੈਂਟ ਤਾਂ ਰਾਜੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਟੌਪਿਕ ਦੇ ਨਾਲ। ਆਈ ਹੋਪ ਕਿ ਇਹ ਸਕਰੀਨ ਦੇਖ ਕੇ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ ਕਿ ਅੱਜ ਆਪਾਂ ਕਵਰ ਕਿਆ ਕਰਨ ਲੱਗੇ ਹਾਂ। ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਸੀ ਕਿ ਟੈਂਸਿਸ ਨੂੰ ਇੱਕ ਵਾਰੀ ਕਵਰ ਕੀਤਾ ਜਾਵੇ, ਤਾਂ ਮੈਂ ਅੱਜ ਕੁਝ ਕੋਸ਼ਿਸ਼ ਕਰਦਾ ਕਿ ਆਪਣੇ ਸਟਾਈਲ ਦੇ ਨਾਲ ਕਵਰ ਕਰਨ ਦੀ। ਤੇ ਦੇਖਦੇ ਹਾਂ ਤਾਂ ਰਾਜੇ ਜਿਵੇਂ ਟੈਂਸਿਸ ਹੁੰਦੇ ਆ, ਤਾਂ ਮੈਂ ਇੱਥੇ ਥੋੜਾ ਜਿਹਾ ਲਿਖ ਕੇ ਦੱਸਦਾ ਤੁਹਾਨੂੰ। ਟੈਂਸਿਸ ਨੂੰ ਕਿਆ ਕਹਿੰਦੇ ਆ ਆਪਾਂ? ਟੈਂਸਿਸ ਆਰ टाइम या कोई ऐसी चीज़ या रूल्स जो ਆਪਾਂ ਨੂੰ ਸਮੇਂ ਦੇ ਬਾਰੇ ਦੱਸਣ, ਟਾਈਮ ਦੇ ਬਾਰੇ ਦੱਸਣ। ਤਾਂ ਟਾਈਮ ਦੇ ਬਾਰੇ ਕਿਆ ਦੱਸਣਾ ਹੈ? ਕਿਹੜੀ ਪਾਰਟਿਕੂਲਰ ਚੀਜ਼ ਜਾਂ ਕੋਈ ਐਕਸ਼ਨ ਕਿਹੜੇ ਸਮੇਂ ਤੇ ਹੋ ਰਿਹਾ, ਵੀ ਹੁਣ ਚੱਲ ਰਹੇ ਸਮੇਂ ਦੇ ਵਿੱਚ ਹੋ ਰਿਹਾ, ਬੀਤ ਚੁੱਕੇ ਸਮੇਂ 'ਚ ਹੋਏਗਾ, ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਤਾਂ ਇੱਦਾਂ ਦੀਆਂ ਚੀਜ਼ਾਂ ਜਦੋਂ ਅਸੀਂ ਕਵਰ ਕਰਦੇ ਹਾਂ ਤਾਂ ਉਹਦੇ ਲਈ ਅਸੀਂ ਟੈਂਸਿਸ ਨੂੰ ਯੂਜ਼ ਕਰਾਂਗੇ। ਹੁਣ ਦੇਖੋ ਰਾਜੇ, ਟੈਂਸਿਸ ਨੂੰ ਕਰਨ ਦੇ ਲਈ ਐਕਸ਼ਨ ਜ਼ਰੂਰੀ ਹੈ। ਐਕਸ਼ਨ ਮਤਲਬ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ। ਤਾਂ ਕਿਸੇ ਕੰਮ ਦੇ ਲਈ, ਕਿਸੇ ਕੰਮ ਦੇ ਰਿਗਾਰਡਿੰਗ ਆਪਾਂ ਟੈਂਸਿਸ ਨੂੰ ਸਟੱਡੀ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ। ਆਪਣੇ ਕੋਲ ਟੈਂਸਿਸ 3 ਟਾਈਪ ਦੇ ਹੁੰਦੇ ਆ। ਫਸਟ ਆਪਣੇ ਕੋਲ ਪ੍ਰੈਜ਼ੈਂਟ ਟੈਂਸ, ਦੈਨ ਅ ਪਾਸਟ, ਦੈਨ ਅ ਫਿਊਚਰ। ਤਾਂ 1 ਬਾਏ 1 ਇਹਨਾਂ ਦੇ ਰੂਲ ਕਵਰ ਕਰਾਂਗੇ। ਇਹਨਾਂ ਤਿੰਨਾਂ ਦੇ ਵਿੱਚ ਅੱਗੇ 4 ਪਾਰਟ ਹੈ: ਸਿੰਪਲ, ਕੰਟੀਨਿਊਅਸ, ਪਰਫੈਕਟ ਐਂਡ ਪਰਫੈਕਟ ਕੰਟੀਨਿਊਅਸ। ਤਾਂ ਕਹਿਣ ਦਾ ਮਤਲਬ ਹੈ ਪ੍ਰੈਜ਼ੈਂਟ ਸਿੰਪਲ, ਪ੍ਰੈਜ਼ੈਂਟ ਕੰਟੀਨਿਊਅਸ, ਦੈਨ ਸੋ ਔਨ। ਤਾਂ ਸਭ ਤੋਂ ਪਹਿਲਾਂ ਆਪਾਂ ਰੂਲ ਦੇਖਦੇ ਹਾਂ ਜੀ। ਆਪਣੇ ਕੋਲ ਹੈ ਪ੍ਰੈਜ਼ੈਂਟ ਸਿੰਪਲ। ਤਾਂ ਰਾਜੇ ਪ੍ਰੈਜ਼ੈਂਟ ਸਿੰਪਲ ਦਾ ਰੂਲ ਕਹਿੰਦਾ ਹੈ ਐਸ ਜਾਂ ਈਐਸ ਲਗਾਓ ਪਲੱਸ ਵਰਬ ਦੀ ਫਸਟ ਫਾਰਮ ਲਗਾਓ। ਤਾਂ ਐਸ ਜਾਂ ਈਐਸ ਲਗਾ ਕੇ ਵਰਬ ਦੀ ਫਸਟ ਫਾਰਮ ਨੂੰ ਲਗਾਉਣਾ ਹੈ। ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸ਼ੀ ਰਾਈਟਸ ਅ ਲੈਟਰ। ਤਾਂ ਉਹ ਇੱਕ ਲੈਟਰ ਲਿਖ ਰਹੀ ਹੈ। ਤਾਂ ਇਹ ਤਾਂ ਰੂਲ ਦੀ ਗੱਲ ਹੋ ਗਈ। ਤਾਂ ਹੁਣ ਯੂਸੇਜ ਦੇਖਦੇ ਹਾਂ ਕਿ ਇਸ ਨੂੰ ਆਪਾਂ ਯੂਜ਼ ਕਿੱਥੇ ਕਰਦੇ ਹਾਂ। ਪ੍ਰੈਜ਼ੈਂਟ ਸਿੰਪਲ ਉਦੋਂ ਯੂਜ਼ ਕਰਾਂਗੇ ਜਦੋਂ ਅਸੀਂ ਆਪਣੀ ਡੇ ਦੀ ਰੂਟੀਨ ਬਾਰੇ ਦੱਸਣਾ ਹੋਵੇ। ਕਹਿਣ ਦਾ ਮਤਲਬ ਹੈ ਜਦੋਂ ਅਸੀਂ ਆਪਣੀ ਹੈਬਿਟਸ ਬਾਰੇ ਦੱਸਣਾ ਹੋਵੇ, ਕੋਈ ਐਸੀ ਚੀਜ਼ ਦੱਸਣੀ ਹੋਵੇ ਜੋ ਯੂਨੀਵਰਸਲ ਟਰੁੱਥ ਹੈ, ਜੋ ਸੱਚਾਈ ਹੈ, ਤਾਂ ਉਹਦੇ ਲਈ ਵੀ ਆਪਾਂ ਯੂਜ਼ ਕਰ ਸਕਦੇ ਹਾਂ ਪ੍ਰੈਜ਼ੈਂਟ ਸਿੰਪਲ। ਜਾਂ ਕੋਈ ਐਸੀ ਚੀਜ਼ ਦੱਸਣੀ ਹੈ ਜੋ ਸਾਇੰਟੀਫਿਕ ਫੈਕਟ ਹੈ, ਤਾਂ ਉਹਦੇ ਲਈ ਵੀ ਅਸੀਂ ਪ੍ਰੈਜ਼ੈਂਟ ਸਿੰਪਲ ਯੂਜ਼ ਕਰ ਸਕਦੇ ਹਾਂ। 1 ਬਾਏ 1 ਦੇਖਦੇ ਹਾਂ ਇਹਨਾਂ ਨੂੰ। ਸਾਇੰਟੀਫਿਕ ਫੈਕਟ ਜਿਵੇਂ ਅਰਥ ਰਿਵੋਲਵਸ ਅਰਾਊਂਡ ਦਾ ਸਨ, ਇਹ ਸਾਇੰਟੀਫਿਕ ਫੈਕਟ ਹੈ, ਇਹਦੇ ਲਈ ਆਪਾਂ ਪ੍ਰੈਜ਼ੈਂਟ ਸਿੰਪਲ ਯੂਜ਼ ਕਰਾਂਗੇ। ਯੂਨੀਵਰਸਲ ਟਰੁੱਥ, ਓਨੈਸਟੀ ਇਜ਼ ਦਾ ਬੈਸਟ ਪੋਲਿਸੀ। ਤਾਂ ਯੂਨੀਵਰਸਲ ਟਰੁੱਥ ਦੇ ਲਈ ਵੀ ਸਿੰਪਲ ਪ੍ਰੈਜ਼ੈਂਟ। ਰੂਟੀਨ ਜਿਵੇਂ ਕਿ ਮੈਂ ਖਾਣਾ ਖਾਂਦਾ ਹਾਂ, ਮੈਂ ਖੇਡਦਾ ਹਾਂ, ਮੈਂ ਬਰਸ਼ ਕਰਦਾ ਹਾਂ, ਤਾਂ ਇੱਦਾਂ ਰੂਟੀਨਸ ਦੇ ਲਈ ਤੁਸੀਂ ਪ੍ਰੈਜ਼ੈਂਟ ਸਿੰਪਲ ਯੂਜ਼ ਕਰੋਗੇ। ਇੰਟੈਰੋਗੇਟਿਵ ਬਣਾਉਣਾ ਹੋਵੇ ਤਾਂ ਉਹ ਵੀ ਤੁਸੀਂ ਬਣਾ ਸਕਦੇ ਹੋ। ਡੂ ਜਾਂ ਡਜ਼, ਡੂ ਔਰ ਡਜ਼ ਅਕੋਰਡਿੰਗ ਟੂ ਸਿਚੁਏਸ਼ਨ। ਜਿਵੇਂ ਐਸ ਔਰ ਈਐਸ ਦੀ ਗੱਲ ਕਰ ਰਹੇ ਸੀ, ਤਾਂ ਜਿੱਥੇ ਹੀ ਸ਼ੀ ਇਟ ਆ ਗਿਆ, ਇਟ ਮੀਨਸ ਕਿ ਥਰਡ ਪਰਸਨ ਸਿੰਗੂਲਰ ਆ ਗਿਆ, ਤਾਂ ਉੱਥੇ ਐਸ ਔਰ ਈਐਸ ਆਏਗਾ। ਅਦਰਵਾਈਜ਼ ਬਾਕੀ ਜੋ ਫਸਟ, ਸੈਕਿੰਡ, ਥਰਡ ਪਲੂਰਲ ਪਰਸਨ ਹੈ ਉਹਨਾਂ ਦੇ ਨਾਲ ਨਹੀਂ ਆਏਗਾ। ਕਹਿਣ ਦਾ ਮਤਲਬ ਆ ਆਈ, ਮੀ, ਯੂ, ਦੇ, ਇਹਨਾਂ ਦੇ ਨਾਲ ਐਸ ਔਰ ਈਐਸ ਨਹੀਂ ਆਏਗਾ। ਤਾਂ ਉਸੇ ਤਰੀਕੇ ਨਾਲ ਡੂ ਐਂਡ ਡਜ਼ ਵੀ ਯੂਜ਼ ਕਰਾਂਗੇ। ਦੈਨ ਨੈਗੇਟਿਵ ਦੇ ਵਿੱਚ ਜਸਟ ਆਪਾਂ ਨੋਟ ਲਗਾ ਦਿੰਦੇ ਹਾਂ। ਜਿਵੇਂ ਸ਼ੀ ਨੋਟ ਰਾਈਟਸ ਅ ਲੈਟਰ। ਇੱਦਾਂ ਅਗਰ ਇਸੇ ਨੂੰ ਮੈਂ ਇੰਟੈਰੋਗੇਟਿਵ ਬਣਾਉਣਾ ਹੋਵੇ ਤਾਂ ਡਜ਼ ਸ਼ੀ ਰਾਈਟ ਅ ਲੈਟਰ। ਹੁਣ ਦੇਖੋ ਡਜ਼ ਜਦੋਂ ਲਗਾਤਾ ਤਾਂ ਐਸ ਵਰਬ ਦੇ ਨਾਲ ਨਹੀਂ ਆਏਗਾ ਕਿਉਂਕਿ ਇੱਥੇ ਹੀ ਐਸ ਔਰ ਈਐਸ ਆ ਗਿਆ। ਆਈ ਹੋਪ ਕਿ ਕਲੀਅਰ ਹੋਏਗਾ ਤੁਹਾਨੂੰ ਇਹ। ਨੈਕਸਟ ਰੂਲ ਦੇਖਦੇ ਹਾਂ ਆਪਾਂ। ਨੈਕਸਟ ਹੈ ਕੰਟੀਨਿਊਸ। ਹੁਣ ਰੂਲ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦੇਖਦੇ ਹਾਂ ਕਿ ਕੰਟੀਨਿਊਸ ਯੂਜ਼ ਕਦੋਂ ਕਰਦੇ ਹਾਂ। ਕੰਟੀਨਿਊਸ ਰਾਜੇ ਉਦੋਂ ਯੂਜ਼ ਕਰਾਂਗੇ ਆਪਾਂ ਜਦੋਂ ਕੋਈ ਪ੍ਰੈਜ਼ੈਂਟ ਟਾਈਮ ਦੇ ਵਿੱਚ ਆਪਾਂ ਕੋਈ ਐਸਾ ਕੰਮ ਦੱਸਣਾ ਹੋਵੇ ਜੋ ਲਗਾਤਾਰ ਚੱਲ ਰਿਹਾ। ਜਿਵੇਂ ਮੈਂ ਪੜ੍ਹਾ ਰਿਹਾ ਜਾਂ ਫਿਰ ਇਹ ਭਾਜੀ ਜਿਹੜੇ ਸਾਈਡ ਤੇ ਖੜੇ ਆ ਡਾਂਸ ਕਰ ਰਹੇ ਆ, ਤਾਂ ਚਲੋ ਕੋਈ ਨਹੀਂ ਭਾਜੀ, ਕਰੀ ਜੋ, ਆਪਾਂ ਪੜ੍ਹਾਉਣਾ ਹੈ ਸਿਰਫ ਪੂਰੇ। ਤਾਂ ਐਸੇ ਚੀਜ਼ਾਂ ਦੇ ਲਈ ਅਸੀਂ ਯੂਜ਼ ਕਰਾਂਗੇ, ਐਸੇ ਐਕਸ਼ਨਸ ਦੇ ਲਈ ਆਪਾਂ ਕੰਟੀਨਿਊਸ ਯੂਜ਼ ਕਰਾਂਗੇ। ਤਾਂ ਰੂਲ ਦੇਖਦੇ ਹਾਂ ਜਲਦੀ ਤੋਂ। ਇਜ਼, ਐਮ, are helping verb according to situation। single है तो is या am, I ਦੇ ਨਾਲ am, plural है तो are, plus verb ਦੀ first form ਦੇ ਨਾਲ plus ing। ਤਾਂ verb ਦੀ first form ਦੇ ਨਾਲ ing ਲੱਗੇਗਾ। then ਇਸ ਦੀ ਇੱਕ example ਬਣਾ ਕੇ ਦੇਖਦੇ ਹਾਂ ਆਪਾਂ। ਤਾਂ ਜਿਵੇਂ ਮੈਂ ਕਹਿਣਾ ਹੋਵੇ ਵੀ ਮੈਂ ਪੜ੍ਹਾ ਰਿਹਾ, I am teaching। teach first form ਹੈ, ਇਸ ਦੇ ਨਾਲ ing ਆ ਗਈ। ਹੁਣ ਦੇਖੋ ਅਗਰ ਇਸ ਦੇ ਵਿੱਚ ਅਸੀਂ ਇੰਟੈਰੋਗੇਟਿਵ ਮਤਲਬ ਕੁਐਸਚਨ ਮਾਰਕ ਵਾਲਾ ਬਣਾਉਣਾ ਹੋਵੇ
ਤਾਂ ਅਸੀਂ ਹੈਲਪਿੰਗ ਵਰਬ ਨੂੰ ਬਾਹਰ ਕੱਢ ਲਾਂਗੇ ਤਾਂ ਕੁਝ ਇਸ ਤਰੀਕੇ ਨਾਲ ਬਣ ਜਾਏਗਾ ਐਮ ਆਈ ਟੀਚਿੰਗ ਕੁਐਸਚਨ ਮਾਰਕ। ਤਾਂ ਐਦਾਂ ਅਸੀਂ ਇੰਟਰੋਗੇਟਿਵ ਬਣਾਵਾਂਗੇ। ਨੈਗੇਟਿਵ ਬਣਾਉਣਾ ਹੋਵੇ ਤਾਂ ਐਮ ਤੋਂ ਬਾਅਦ ਨੋਟ ਲਗਾ ਦਿੰਦੇ ਹਾਂ ਆਪਾਂ आई एम नॉट टीचिंग क्लियर। नैक्सट देखते हैं जी प्रेजेंट परफेक्ट। प्रेजेंट परफेक्ट करन तो पहला ये चीज़ देखते हैं प्रेजेंट परफेक्ट यूज़ कदों कर रहे हैं। वैसे कोई ऐसा काम या कोई ऐसा एक्शन जदों एक्सप्लेन करना होवे तुसी जो थोड़े टाइम पहला शुरू होया ते जस्ट हुणे फिनिश होया प्रेजेंट दे विच ही फिनिश होया ਤਾਂ ਇਸ ਦੇ ਲਈ मैं एक डायग्राम ਤੁਹਾਨੂੰ बना के दिखाना टाइमलाइन। जिमें लेट सपोज ये टाइम लाइन है मतलब समय अपना इत्थे मैं हाँ प्रेजेंट टाइम है तो मान लो कोई कम मान लो इत्थों शुरू होया तो इत्थे आके जस्ट फिनिश होया प्रेजेंट दे विच ही। हुण जदों मैं उरे प्रेजेंट दे विच हाँ तो इत्थे फिनिश हो रहा वो काम। तो ऐसे एक्शनस दे लई असीं यूज़ कर सकते हैं प्रेजेंट परफेक्ट नूं। तो प्रेजेंट परफेक्ट दी एक एग्जाम्पल देखते हैं सिंपल पंजाबी दे विच। जिमें मैं हुणे पढ़ा के हटिया या मैं पढ़ा चुका हाँ भी मैं पढ़ा चुका क्लास फिनिश कर चुका तो वो लिए प्रेजेंट परफेक्ट यूज़ करांगे आपां। इसके रूल्स देखते हैं तो एग्जाम्पल देखते हैं। एग्जाम्पल दे विच क्या करांगे आपां सब तो पहला रूल्स देखते हैं जी। इस दे विच लगदा रहे हैज़ या फिर हैव। सिंगल है तो हैज़ जे प्लूरल है तो हैव प्लस वर्ब दी थर्ड फॉर्म। वर्ब दी थर्ड फॉर्म दे नाल असी बनावांगे एक एग्जाम्पल। जिमें मैं पढ़ा चुका हाँ आई हैव टॉट TAUGST आई हैव टॉट मैं पढ़ा चुका हाँ। हुण देखो जी इंटैरोगेटिव बनाना क्वेश्चन वाला तो हैव नूं बाहर कढ़ दो ते जे नैगेटिव बनाना तो हैव तो बाद नॉट लगा दो। क्लीयर जी। नैक्सट देखते हैं आप परफेक्ट कंटीन्यूअस। परफेक्ट कंटीन्यूअस करन तो पहला अगेन वही टाइमलाइन बना के देखते हैं। हुण देखो राजे परफेक्ट कंटीन्यूअस उदों यूज़ करांगे जदों कोई एक्शन पुराने टाइम तो पास्ट दे विच शुरू होया ते वो एक्शन हले भी चल रहा ते थोड़ी देर अगे तक भी चलता रहेगा। जिवें मैं उरे खड़िया मैं उरे प्रेजेंट समय दे विच हाँ ते मैं पढ़ना 2005 तो शुरू किया सी ते मैं अज भी पढ़ रहा हाँ। तो ऐसे एक्शनस के लिए असी यूज़ करांगे परफेक्ट कंटीन्यूअस टेंस। तो रूल देखते हैं जी इसका। रूल के लिए मैं थोड़ा लिख के दसदा कि रूल किद्दां आपां इसके देख रहे हैं। तो रूल देखते हैं जी प्रेजेंट परफेक्ट कंटीन्यूअस दे हैज़ या फिर हैव इसके नाल लगदा बीन दैन इसके नाल लगेगी वर्ब दी फर्स्ट फॉर्म उसके नाल लगेगा ING। तो ये फिलहाल इन्ना का रूल है इसका। वैसे इस दे नाल एक चीज़ होर लगती है जिसनों असीं कहने आ सिंस या फॉर अकॉर्डिंग टू सिचुएशन इसको यूज़ करांगे। तो एक वाक बना के देखते हैं एक एग्जाम्पल लेने हैं। जिवें मैं कोई काम कहना होवे सेम एग्जाम्पल लेने टाइमलाइन वाली भी मैं 2005 तो पढ़दा आ रहा हाँ हुण भी पढ़ रहा हाँ। I have been studying। वैसे इन्ना का वाक भी सही है I have been studying। ते जे मैं टाइम भी दसना हो मैं 2005 तो पढ़ रहा हाँ तो क्योंकि टाइम मैनू पता है तो सिंस 2005। अगर टाइम नहीं पता तो असी फॉर लगावांगे जिमें पिछले 4 साल तो हुण ये नहीं पता कि 4 साल किहड़े हैं 2008 तो 4 साल है 2014 तो 4 साल है 2005 तो 4 साल है नहीं पता तो उदों असी फॉर लगावांगे किदां फॉर 4 ईयर्स। ये सीगे जी अपने टेंसिस दे रूल जो प्रेजेंट दे सीगे। इस तो बाद असी देखांगे पास्ट दे रूल। आई होप के प्रेजेंट दे तुहानूं रूल समझ आ गए होणगे। सिंपल कवर किया कंटीन्यूअस दैन परफेक्ट कंटीन्यूअस। जे ये तुहानूं समझ आ गया तो पास्ट कोई ज़्यादा औखा नहीं है पास्ट तो उस तो भी ज़्यादा ईजी है। तो देखते हैं जी पास्ट दे विच असीं किहड़े रूल कवर करते हैं। तो सब तो पहला पास्ट सिंपल यूज़ करांगे। देखो पास्ट कदों यूज़ करते हैं जो आप बीत चुके समय की कोई गल दस रहे हैं। तो पास्ट सिंपल कदों यूज़ करांगे बीते हुए समय दे विच कोई हैबिट दस रहे हैं या डे दी रूटीन दस रहे हैं
या फिर कोई ऐसा एक्शन दस रहे हैं जो बीत चुक्या हो चुक्या, तो ਉਹਦੇ ਲਈ ਅਸੀਂ ਪਾਸਟ ਸਿੰਪਲ ਯੂਜ਼ ਕਰਾਂਗੇ। ਤਾਂ ਰੂਲਸ ਦੇਖਦੇ ਹਾਂ। ਇਸ ਦਾ ਸਿਰਫ ਇੱਕੋ ਹੀ ਰੂਲ ਹੈ ਜੀ, ਵਰਬ ਦੀ ਸੈਕਿੰਡ ਫਾਰਮ। ਪਾਸਟ ਸਿੰਪਲ ਦਾ ਸਿਰਫ ਸਿੰਗਲ ਰੂਲ ਹੈ ਕਿ ਵਰਬ ਦੀ ਸੈਕਿੰਡ ਫਾਰਮ ਆਏਗੀ। ਦੈਨ ਉਸ ਤੋਂ ਬਾਅਦ ਇੱਕ ਐਗਜ਼ਾਮਪਲ ਬਣਾ ਕੇ ਦੇਖਦੇ ਹਾਂ। ਜਿਵੇਂ ਪੰਜਾਬੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਆਪਾਂ ਇੱਦਾਂ ਕਹਿ ਸਕਦੇ ਹਾਂ, ਮੈਂ ਪੜ੍ਹਾਉਂਦਾ ਸੀ। ਤਾਂ ਮੈਂ ਪੜ੍ਹਾਉਂਦਾ ਸੀ ਨੂੰ ਇੰਗਲਿਸ਼ 'ਚ ਕੀ ਕਹਾਂਗੇ, ਆਈ ਟੌਟ। ਥਰਡ ਫਾਰਮ ਵੀ ਟੌਟ ਹੈ, ਸੈਕਿੰਡ ਫਾਰਮ ਵੀ ਟੌਟ ਹੈ। ਤਾਂ ਆਈ ਟੌਟ, ਮੈਂ ਪੜ੍ਹਦਾ ਸੀ ਤਾਂ ਆਈ ਸਟੱਡੀਡ, ਇੱਦਾਂ ਲਿਖ ਸਕਦੇ ਹਾਂ। ਹੁਣ ਦੇਖੋ ਅਗਰ ਇਸ ਨੂੰ ਨੈਗੇਟਿਵ ਬਣਾਉਣਾ ਹੋਵੇ ਤੁਸੀਂ, ਤਾਂ ਤੁਸੀਂ ਇੱਦਾਂ ਲਿਖ ਸਕਦੇ ਹੋ। ਤਾਂ ਕੁਛ ਇੱਦਾਂ ਬਣਾ ਸਕਦੇ ਹਾਂ, ਆਈ ਡਿਡ नॉट। ਹੁਣ ਦੱਸੋ टीच आएगा टॉट आएगा? टॉट आएगा? नहीं, गलत है, टीच। क्योंकि डिड अपने आप ਦੇ ਵਿੱਚ फर्स्ट फॉर्म तो बदल के सेकंड फॉर्म है। ਤਾਂ सेकंड फॉर्म ਜੇ ऑलरेडी है ਤਾਂ जो वर्ब मेन वर्ब है वो फर्स्ट फॉर्म ਦੇ ਵਿੱਚ ਜਾਏਗੀ। आई होप कि पास्ट सिंपल ਤੁਹਾਨੂੰ क्लीयर ਹੋਏਗਾ। ਦੈਨ ਨੈਕਸਟ ਕਰਦੇ ਹਾਂ ਆਪਾਂ ਪਾਸਟ ਕੰਟੀਨਿਊਅਸ। ਪਾਸਟ ਕੰਟੀਨਿਊਅਸ ਦੇ ਵਿੱਚ ਆਪਾਂ ਬੀਤ ਚੁੱਕੇ ਟਾਈਮ ਦੇ ਵਿੱਚ ਇਹ ਗੱਲ ਦੱਸਣੀ ਹੋਵੇ, ਜੋ ਐਕਸ਼ਨ ਮੈਂ ਦੱਸਣ ਜਾ ਰਿਹਾ, ਜੋ ਕੰਮ ਦੱਸਣ ਜਾ ਰਿਹਾ ਵੀ ਉਹ ਉਸ ਟਾਈਮ ਚੱਲ ਰਿਹਾ ਸੀ, ਤਾਂ ਉਹਦੇ ਲਈ ਅਸੀਂ ਪਾਸਟ ਕੰਟੀਨਿਊਅਸ ਟੈਂਸਿਸ ਦੀ ਵਰਤੋਂ ਕਰਦੇ ਹਾਂ। ਤਾਂ ਰੂਲ ਦੇਖਦੇ ਹਾਂ ਜੀ, ਵਾਜ਼ ਜਾਂ ਵਰ। ਸਿੰਗਲ ਹੈ ਤਾਂ ਵਾਜ਼, ਪਲੂਰਲ ਹੈ ਤਾਂ ਵਰ। ਦੇ ਨਾਲ ਆਪਾਂ ਲਗਾਵਾਂਗੇ ਵਰਬ ਦੀ ਫਸਟ ਫਾਰਮ। ਇਸ ਦੇ ਨਾਲ ਆਪਾਂ ਲਗਾਵਾਂਗੇ ਆਈਐਨਜੀ। ਇਸ ਦੀ ਇੱਕ ਐਗਜ਼ਾਮਪਲ ਬਣਾ ਕੇ ਦੇਖਦੇ ਹਾਂ। ਜਿਵੇਂ ਮੈਂ ਪੜ੍ਹਾ ਰਿਹਾ ਸੀ, ਆਈ ਵਾਜ਼ ਟੀਚਿੰਗ। ਜੇ ਨੈਗੇਟਿਵ ਬਣਾਉਣਾ ਤਾਂ ਆਈ ਵਾਜ਼ ਨॉट ਟੀਚਿੰਗ। ਜੇ ਇੰਟੈਰੋਗੇਟਿਵ ਬਣਾਉਣਾ ਤਾਂ ਵਾਜ਼ ਬਾਹਰ ਆ ਜਾਏਗਾ, ਵਾਜ਼ ਆਈ ਟੀਚਿੰਗ। ਇੱਦਾਂ ਬਣਾ ਸਕਦੇ ਹਾਂ। ਤਾਂ ਨੈਕਸਟ ਟੈਂਸ ਜੋ ਹੈ ਕਵਰ ਕਰਨ ਵਾਲਾ ਉਹ ਹੈ ਪਾਸਟ ਪਰਫੈਕਟ। ਹੁਣ ਦੇਖੋ ਪਾਸਟ ਪਰਫੈਕਟ ਦੇ ਵਿੱਚ ਆਪਾਂ ਕਿਸੇ ਸਪੈਸੀਫਿਕ ਟਾਈਮ ਦੀ ਗੱਲ ਕਰ ਰਹੇ ਹਾਂ। ਇਹ ਵੀ ਮੈਂ ਟਾਈਮ ਲਾਈਨ ਦੇ ਨਾਲ ਬਣਾ ਕੇ ਤੁਹਾਨੂੰ ਦੱਸਣਾ ਚਾਹੁੰਦਾ। ਦੇਖੋ ਕਿਸੇ ਸਪੈਸੀਫਿਕ ਟਾਈਮ ਦੀ ਗੱਲ ਕਰ ਰਹੇ ਹਾਂ। ਜਿਵੇਂ ਮੰਨ ਲਓ ਇਹ ਟਾਈਮ ਲਾਈਨ ਹੈ ਮੇਰੀ, ਆਹ ਪ੍ਰੈਜ਼ੈਂਟ ਵਾਲਾ ਟਾਈਮ ਹੈ। ਮੈਂ ਗੱਲ ਕਰ ਰਿਹਾ ਇਸ ਸਮੇਂ ਦੀ, ਬੀਤ ਚੁੱਕੇ ਸਮੇਂ ਦੀ। ਤੇ ਕੋਈ ਕੰਮ ਹੈ ਉਹ ਸ਼ੁਰੂ ਹੋਇਆ ਸੀ ਤੇ ਇੱਥੇ ਹੀ ਖਤਮ ਹੋ ਗਿਆ ਸੀ, ਕਿਉਂਕਿ ਮੈਂ ਇਸ ਪੁਆਇੰਟ ਦੀ ਗੱਲ ਕਰ ਰਿਹਾ ਤੇ ਇੱਥੇ ਹੀ ਫਿਨਿਸ਼ ਹੋ ਗਿਆ। ਤਾਂ ਐਸੇ ਕੰਮਾਂ ਲਈ ਅਸੀਂ ਯੂਜ਼ ਕਰਾਂਗੇ ਪਾਸਟ ਪਰਫੈਕਟ। ਪਾਸਟ ਪਰਫੈਕਟ ਦੀ ਐਗਜ਼ਾਮਪਲ ਐਂਡ ਰੂਲਸ ਦੇਖਦੇ ਹਾਂ। ਰੂਲ ਕਹਿੰਦਾ ਹੈ ਕਿ ਹੈਡ ਲੱਗੇਗਾ ਇਕੱਲਾ। ਹੈਡ ਦੇ ਨਾਲ ਹੋਰ ਕੀ ਲੱਗੇਗਾ, ਵਰਬ ਦੀ ਥਰਡ ਫਾਰਮ। ਹੈਡ ਲੱਗੇਗਾ ਤੇ ਵਰਬ ਦੀ ਥਰਡ ਫਾਰਮ ਲੱਗਦੀ ਹੈ ਇਸ ਦੇ ਵਿੱਚ। ਤਾਂ ਸਿਰਫ ਇੰਨੀਆਂ ਕੀ ਚੀਜ਼ਾਂ ਹੀ ਲੱਗਦੀਆਂ ਨੇ ਇਸ ਦੇ ਵਿੱਚ, ਹੋਰ ਕੁਝ ਐਕਸਟਰਾ ਨਹੀਂ ਲੱਗਦਾ। ਤੇ ਐਗਜ਼ਾਮਪਲ ਇੱਕ ਦੇਖਦੇ ਹਾਂ ਬਣਾ ਕੇ ਇਸ ਦੀ। ਐਗਜ਼ਾਮਪਲ ਦੇ ਲਈ ਆਪਾਂ ਕੋਈ ਪਹਿਲਾਂ ਪੰਜਾਬੀ ਤੇ ਸੋਚੀਏ ਵੀ ਉਹ ਕੰਮ ਹੋ ਚੁੱਕਾ ਸੀ, ਤਾਂ ਕੰਮ ਕੋਈ ਕਾਊਂਟ ਕਰੋ। ਜਿਵੇਂ ਉਹ ਖੇਡ ਚੁੱਕਾ ਸੀ, ਵੀ ਪੁਰਾਣੇ ਟਾਈਮ ਦੀ ਗੱਲ ਕਰ ਰਿਹਾ ਵੀ ਉਹ ਉਦੋਂ ਖੇਡ ਚੁੱਕਾ ਸੀ। ਤਾਂ ਉਹ ਮੰਨ ਲਓ ਬॉय ਹੈ ਤਾਂ ਹੀ ਹੈਡ ਖੇਡ ਚੁੱਕਾ ਸੀ। ਤਾਂ ਪਲੇ ਦੀ ਥਰਡ ਫਾਰਮ ਪਲੇਡ, ਹੀ ਹੈਡ ਪਲੇਡ। ਆਈ ਹੋਪ ਕਿ ਇਹ ਕਲੀਅਰ ਹੋਏਗਾ ਤੁਹਾਨੂੰ। ਤਾਂ ਨੈਕਸਟ ਮੂਵ ਕਰਦੇ ਹਾਂ ਜੀ परफेक्ट कंटीन्यूअस के ऊपर। ये भी अगर मैं बना के दसदा तो ज़्यादा बैटर है टाइम लाइन के नाल। हुण देखो मान लो ये मेरी टाइम लाइन है। टाइम लाइन राजे टाइम लाइन का मतलब होंदा समय की लाइन एक तरह की। तो इत्थे मैं प्रैजेंट दे विच हां, मैं गल कर रहा पास्ट की। ते पास्ट दे विच ही मैं किसी एक पॉइंट की गल कर रहा कि पास्ट दे विच इस समय की गल कर रहा। जिवें मान लो मैं हैगा 2020 ਦੇ ਵਿੱਚ, क्लीयर 2019 ਦੀ ਗੱਲ ਕਰ ਰਿਹਾ मैं, ਤੇ 2019 ਦੇ ਵਿੱਚ मैं ਮਾਰਚ ਦੀ ਗੱਲ ਕਰ ਰਿਹਾ। ਇੰਨਾ ਕੁ ਸਮਝ ਆਇਆ। ਹੁਣ ਦੇਖੋ ਕੋਈ ਕੰਮ ਐਸਾ ਜੋ ਮਾਰਚ ਤੋਂ ਵੀ ਪਹਿਲਾਂ ਦਾ ਚੱਲ ਰਿਹਾ ਤੇ ਜਦੋਂ ਦੀ ਮੈਂ ਗੱਲ ਕਰ ਰਿਹਾ, ਜਿਵੇਂ ਮਾਰਚ ਦੀ ਗੱਲ ਕਰ ਰਿਹਾ, ਤਾਂ ਮਾਰਚ ਦੇ ਵਿੱਚ ਵੀ ਉਹ ਕੰਮ ਚੱਲ ਰਿਹਾ ਸੀ। ਤਾਂ ਐਸੇ ਕੰਮਾਂ ਨੂੰ ਐਕਸਪਲੇਨ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਪਾਸਟ ਪਰਫੈਕਟ ਕੰਟੀਨਿਊਅਸ। ਤਾਂ ਇਹਨਾਂ ਦੇ ਰੂਲ ਦੇਖਦੇ ਹਾਂ ਤੇ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਇਹ ਕਲੀਅਰ ਕਰਨ ਦੋ। ਹੈਡ ਬੀਨ, ਦੈਨ ਹੈਡ ਬੀਨ ਦੇ ਨਾਲ
verb ਦੀ ਫਸਟ ਫਾਰਮ ਦੇ ਨਾਲ ing, ਫਸਟ ਫਾਰਮ ਦੇ ਨਾਲ ing, ਤਾਂ ਇਹ ਇਸ ਦਾ ਸਿੰਪਲ ਜਿਹਾ ਰੂਲ ਹੈ, ਇਸ ਦਾ ਰੂਲ ਹੈ ਜੀ। ਦੈਨ ਉਸ ਤੋਂ ਬਾਅਦ ਸੇਮ ਚੀਜ਼ ਜੋ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਕੀਤੀ ਹੈ, ਸਿੰਸ, ਫॉर, ਅਕੋਰਡਿੰਗ ਟੂ ਸਿਚੁਏਸ਼ਨ। ਤਾਂ ਇੱਕ ਐਗਜ਼ਾਮਪਲ ਬਣਾ ਕੇ ਦੇਖਦੇ ਹਾਂ ਵੀ ਮੈਂ ਉਸ ਟਾਈਮ ਮਾਰਚ 2019 ਦੇ ਵਿੱਚ ਪਿਛਲੇ 4 ਸਾਲਾਂ ਤੋਂ ਪੜ੍ਹ ਰਿਹਾ ਸੀ, ਵੀ ਮਾਰਚ 2019 ਦੇ ਵਿੱਚ ਵੀ ਮੈਂ ਪੜ੍ਹ ਰਿਹਾ ਸੀ। ਤਾਂ ਇਹੋ ਜਿਹੇ ਐਕਸ਼ਨਸ ਦੇ ਲਈ ਆਪਾਂ ਯੂਜ਼ ਕਰਾਂਗੇ ਪਾਸਟ ਪਰਫੈਕਟ ਕੰਟੀਨਿਊਸ। ਤਾਂ ਰਾਜੇ ਰਾਤ ਦੇ ਵੱਜ ਰਹੇ ਹੈ 12:30, ਤਾਂ ਇਹ ਟੌਪਿਕ ਮੈਂ ਤੁਹਾਡੇ ਲਈ ਹੀ ਬਣਾ ਰਿਹਾ ਸਿਰਫ। ਤਾਂ ਦੇਖੋ, ਜੇ ਮੈਂ ਇੰਨੀ ਐਫਰਟ ਕਰ ਰਿਹਾ ਤਾਂ ਤੁਸੀਂ ਪਲੀਜ਼ ਧਿਆਨ ਨਾਲ ਇਸ ਨੂੰ ਸਮਝਣਾ ਹੈ ਤੇ ਸਾਰੇ ਡਾਊਟ ਆਪਣੇ ਕਲੀਅਰ ਰੱਖਣੇ, ਕਿਉਂਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਨੂੰ ਧਿਆਨ ਨਾਲ ਸਮਝੋ ਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਵੀ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ। ਦੇਖੋ, ਕਾਮਨ ਟੌਪਿਕ ਹੈ, ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ, ਵੈਦਰ ਇਟ ਇਜ਼ IT ਸਟੂਡੈਂਟ ਔਰ ਨਾਟ, ਤਾਂ ਕਿਸੇ ਨਾਲ ਵੀ ਸ਼ੇਅਰ ਕਰ ਦਿਓ, ਕਿਉਂਕਿ ਇੰਗਲਿਸ਼ ਦਾ ਟੌਪਿਕ ਹੈ ਤਾਂ ਸਾਰਿਆਂ ਦੇ ਕੰਮ ਆਏਗਾ। ਤਾਂ ਨੈਕਸਟ ਰਾਜੇ ਆਪਾਂ ਸ਼ੁਰੂ ਕਰਦੇ ਹਾਂ ਜੀ ਫਿਊਚਰ ਦੇ ਨਾਲ। ਤਾਂ ਫਿਊਚਰ ਰਾਜੇ, ਫਿਊਚਰ ਹੁੰਦਾ ਆਉਣ ਵਾਲਾ ਟਾਈਮ, ਇਹ ਤਾਂ ਤੁਹਾਨੂੰ ਵੀ ਪਤਾ ਹੈ। ਫਿਊਚਰ ਸਿੰਪਲ ਕਦੋਂ ਯੂਜ਼ ਕਰਦੇ ਹਾਂ, ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਕੰਮ ਬਾਰੇ ਆਪਾਂ ਦੱਸਣਾ ਹੋਵੇ ਵੀ ਇਹ ਕੰਮ ਮੈਂ ਕਰਾਂਗਾ, ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਮੈਂ ਕਰਾਂਗਾ। ਜਿਵੇਂ ਕੋਈ ਹੈਬਿਟ ਹੋਏਗੀ ਵੀ ਮੈਂ ਪੜਾਂਗਾ, ਐਦਾਂ ਦਾ ਕੋਈ ਕੰਮ। ਵੈਸੇ ਪੜ੍ਹਦੇ ਹੋ ਤੁਸੀਂ ਹੈ ਨਹੀਂ, ਪਰ ਫਿਰ ਵੀ ਚਲੋ ਟੈਂਸਸ ਦੇ ਅਕੋਰਡਿੰਗ ਲਗਾ ਲਓ। ਮਜ਼ਾਕ ਕਰ ਰਹੇ ਹਾਂ ਜੀ, ਸੀਰੀਅਸ ਨਹੀਂ ਲੈਣਾ। ਤਾਂ ਆਪਾਂ ਰੂਲ ਦੇਖਦੇ ਹਾਂ ਜੀ ਫਿਊਚਰ ਸਿੰਪਲ ਦਾ। ਫਿਊਚਰ ਸਿੰਪਲ ਕਹਿੰਦਾ ਹੈ ਕਿ ਜਾਂ ਤਾਂ ਵਿਲ ਲਗਾਓ ਜਾਂ ਸ਼ੈਲ ਲਗਾ ਦਿਓ। ਦੈਨ ਹੋਰ ਕਿਆ, ਵਰਬ, ਵਿਲ, ਸ਼ੈਲ ਐਂਡ ਵਰਬ ਦੀ ਫਸਟ ਫਾਰਮ ਓਨਲੀ ਪਲੱਸ ਵੀ ਫਸਟ, ਬਸ ਇੰਨਾ का ਰੂਲ ਹੈ ਇਸ ਦਾ। ਤਾਂ ਇਸ ਦੀ ਇੱਕ ਐਗਜ਼ਾਮਪਲ ਦੇਖਦੇ ਹਾਂ ਜੀ। ਐਗਜ਼ਾਮਪਲ ਦੇ ਵਿੱਚ ਆਪਾਂ ਦੇਖਦੇ ਹਾਂ, ਜਿਵੇਂ ਮੈਂ ਪੜ੍ਹਾਵਾਂਗਾ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਪੜ੍ਹਾਵਾਂਗਾ, ਤਾਂ ਆਈ ਵਿਲ ਟੀਚ। ਹੁਣ ਦੇਖੋ ਰਾਜੇ, ਵਿਲ ਬਹੁਤ ਜ਼ਿਆਦਾ ਯੂਜ਼ ਹੁੰਦਾ ਤਾਂ ਕਈ ਵਾਰੀ ਕਈ ਬੁੱਕਸ ਦੇ ਵਿੱਚ ਸ਼ੈਲ ਨਹੀਂ ਦਿੱਤਾ ਹੁੰਦਾ। ਤਾਂ ਜੇ ਨੋਟ ਕਰਿਆ ਜਾਵੇ ਤਾਂ ਆਈ ਐਂਡ ਵੀ ਦੇ ਨਾਲ ਸ਼ੈਲ ਲਗਾਉਂਦੇ ਆ ਜ਼ਿਆਦਾਤਰ, ਵੈਸੇ ਵਿਲ ਚੱਲੀ ਜਾਂਦਾ ਸਾਰਿਆਂ ਦੇ ਨਾਲ। ਤਾਂ ਵਿਲ ਇੰਨਾ ਕੁ ਜ਼ਿਆਦਾ ਕਾਮਨ ਹੈ, ਤਾਂ ਆਈ ਵੀ ਦੇ ਨਾਲ ਵੀ ਆਪਾਂ ਵਿਲ ਲਗਾਈ ਜਾਂਦੇ ਹਾਂ। ਤਾਂ ਵੈਸੇ ਅਕੋਰਡਿੰਗ ਟੂ ਰੂਲ ਆਈ ਦੇ ਨਾਲ ਸ਼ੈਲ ਯੂਜ਼ ਹੁੰਦਾ, ਵੀ ਦੇ ਨਾਲ ਸ਼ੈਲ ਯੂਜ਼ ਹੁੰਦਾ। ਤਾਂ ਆਪਾਂ ਇੱਦਾਂ ਨਹੀਂ ਕਰਨਾ ਕਿ ਸ਼ੈਲ ਨੂੰ ਬਿਲਕੁਲ ਹੀ ਭੁੱਲ ਜਾਣਾ, ਸ਼ੈਲ ਨੂੰ ਵੀ ਯਾਦ ਰੱਖਣਾ ਆਪਾਂ। ਤੇ ਇਸੇ ਚੀਜ਼ ਨੂੰ ਅਗਰ ਨੈਗੇਟਿਵ ਬਣਾਉਣਾ ਹੋਵੇ ਤਾਂ ਆਈ ਵਿਲ ਨਾਟ, ਜੇ ਇੰਟੈਰੋਗੇਟਿਵ ਬਣਾਉਣਾ ਹੋਵੇ ਤਾਂ ਵਿਲ ਆਈ ਨਾਟ ਜਾਂ ਵਿਲ ਆਈ ਟੀਚ, ਇੱਦਾਂ ਆਪਾਂ ਬਣਾ ਸਕਦੇ ਹਾਂ। ਨੈਕਸਟ ਆਪਾਂ ਦੇਖਦੇ ਹਾਂ ਕੰਟੀਨਿਊਸ, ਫਿਊਚਰ ਕੰਟੀਨਿਊਸ। ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕਿਸੇ ਪਰਟੀਕੂਲਰ ਟਾਈਮ ਦੀ ਗੱਲ ਕਰ ਰਹੇ ਹਾਂ ਤੇ ਦੱਸ ਰਹੇ ਹਾਂ ਕਿ ਇਹ ਐਕਸ਼ਨ ਉਦੋਂ ਹੋ ਰਿਹਾ ਹੋਏਗਾ। ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਮੰਨ ਲਓ ਕਿ ਅੱਜ ਮੈਂ ਸਕੂਲ ਜਾਣ ਤੋਂ ਲੇਟ ਹਾਂ ਤੇ ਮੈਂ ਆਪਣੇ ਫਰੈਂਡ ਦੇ ਨਾਲ ਆ, ਤੇ ਮੈਂ ਆਪਣੇ ਫਰੈਂਡ ਨੂੰ ਦੱਸ ਰਿਹਾ ਕਿ ਯਾਰ ਜਦੋਂ ਮੈਂ ਸਕੂਲ ਪਹੁੰਚੂੰਗਾ ਜਾਂ ਆਪਾਂ ਜਦੋਂ ਸਕੂਲ ਪਹੁੰਚਾਂਗੇ ਤਾਂ ਪ੍ਰੇਅਰ ਹੋ ਰਹੀ ਹੋਏਗੀ, ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਐਕਸ਼ਨ ਚੱਲ ਰਿਹਾ ਹੋਏਗਾ, ਕੰਟੀਨਿਊਸਲੀ ਚੱਲ ਰਿਹਾ ਹੋਏਗਾ। ਤਾਂ ਐਸੇ ਐਕਸ਼ਨਸ ਦੇ ਲਈ ਅਸੀਂ ਯੂਜ਼ ਕਰਦੇ ਹਾਂ ਫਿਊਚਰ ਕੰਟੀਨਿਊਸ। ਦਾ ਰੂਲ ਦੇਖਦੇ ਹਾਂ ਜੀ, ਵਿਲ ਜਾਂ ਫਿਰ ਸ਼ੈਲ। ਵਿਲ ਸ਼ੈਲ ਕਿੱਥੇ ਯੂਜ਼ ਹੁੰਦਾ ਉਹ ਤੁਹਾਨੂੰ ਦੱਸ ਚੁੱਕਿਆ। ਇਸ ਦੇ ਨਾਲ ਲੱਗੇਗਾ ਬੀ, ਵਿਲ ਸ਼ੈਲ ਬੀ, ਦੈਨ ਵਰਬ ਦੀ ਫਸਟ ਫਾਰਮ ing। ਤਾਂ ਇੱਕ ਐਗਜ਼ਾਮਪਲ ਲੈਂਦੇ ਆ, ਇੱਥੇ ਹੀ ਆਪਾਂ ਕੌਮਾ ਪਾ ਕੇ ਬਣਾ ਲੈਂਦੇ ਹਾਂ ਐਗਜ਼ਾਮਪਲ। ਤਾਂ ਇਸ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ, ਪਹਿਲਾਂ ਪੰਜਾਬੀ ਦੇ ਵਿੱਚ ਆਪਾਂ ਕਿਹੜਾ ਵਾਕ ਬਣਾਵਾਂਗੇ, ਵੀ ਮੈਂ ਇਹ ਲੈਟਰ ਲਿਖ ਰਿਹਾ ਹੋਵਾਂਗਾ, ਆਈ ਵਿਲ ਬੀ ਰਾਈਟਿੰਗ ਦਿਸ ਲੈਟਰ। ਤਾਂ ਇੱਦਾਂ ਆਪਾਂ ਬਣਾ ਸਕਦੇ ਹਾਂ। ਤਾਂ ਆਈ ਹੋਪ ਕਿ ਇਹ ਤੁਹਾਨੂੰ ਕਲੀਅਰ ਹੋਏਗਾ। ਨੈਕਸਟ ਆਪਾਂ ਫਿਊਚਰ ਪਰਫੈਕਟ ਦੇਖਦੇ ਹਾਂ। ਤਾਂ ਫਿਊਚਰ ਪਰਫੈਕਟ ਕਦੋਂ ਯੂਜ਼ ਕਰਦੇ ਹਾਂ, ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਪਰਟੀਕੂਲਰ ਪੁਆਇੰਟ ਦੀ ਗੱਲ ਕਰ ਰਹੇ ਹਾਂ। ਜਿਵੇਂ ਮੰਨ ਲਓ ਹੁਣ ਚੱਲ ਰਿਹਾ ਅਪ੍ਰੈਲ ਮੰਥ ਚੱਲ ਰਿਹਾ, ਤਾਂ 10 ਮਈ ਨੂੰ, ਵੈਸੇ ਓਫੀਸ਼ੀਅਲੀ 10 ਮਈ ਨੂੰ ਆਪਣੀਆਂ ਛੁੱਟੀਆਂ ਫਿਨਿਸ਼ ਹੈ। ਤਾਂ ਮੈਂ ਇਹ ਮੰਨ ਕੇ ਚੱਲ ਰਿਹਾ ਕਿ 11 ਨੂੰ ਅਸੀਂ ਸਕੂਲ ਜਾਣਾ। ਤਾਂ ਜਦੋਂ 11 ਨੂੰ ਆਪਾਂ ਸਕੂਲ ਜਾਵਾਂਗੇ ਤਾਂ ਮੇਰਾ ਕੰਮ ਹੋ ਚੁੱਕਾ ਹੋਵੇਗਾ। ਤਾਂ 11 ਤਰੀਕ ਮਈ ਦੀ ਗੱਲ ਕਰ ਰਿਹਾ ਆਉਣ ਵਾਲੇ ਸਮੇਂ ਦੀ, ਤੇ ਮੈਂ ਕਹਿ ਰਿਹਾ ਕਿ ਇਹ ਵਾਲਾ ਮੇਰਾ ਕੰਮ ਫਿਨਿਸ਼ ਹੋ ਚੁੱਕਿਆ ਹੋਵੇਗਾ।
ਤਾਂ ਜਦੋਂ ਐਸਾ ਕੁਝ ਦੱਸਣਾ ਹੋਵੇ, ਐਸਾ ਐਕਸ਼ਨ ਲੈਣਾ ਹੋਵੇ, ਐਸਾ ਐਕਸ਼ਨ ਐਕਸਪਲੇਨ ਕਰਨਾ ਹੋਵੇ ਵੀ ਫਿਊਚਰ ਦੇ ਵਿੱਚ ਇਹ ਕੰਮ ਹੋ ਚੁੱਕਿਆ ਹੋਵੇਗਾ, ਤਾਂ ਉਹਦੇ ਲਈ ਅਸੀਂ ਫਿਊਚਰ ਪਰਫੈਕਟ ਯੂਜ਼ ਕਰਦੇ ਹਾਂ। ਤਾਂ ਇਸ ਦੇ ਰੂਲ ਦੇਖਦੇ ਹਾਂ ਜੀ, ਵਿਲ ਜਾਂ ਸ਼ੈਲ ਦੇ ਨਾਲ ਇੱਕੋ ਹੀ ਚੀਜ਼ ਲੱਗਦੀ ਹੈ ਜੀ ਇੱਥੇ, ਹੈਵ। ਤੇ ਜੇ ਹੈਵ ਵਾਲਾ ਕੰਸੈਪਟ ਤਾਂ V3 ਆਉਂਦਾ ਹਰ ਵਾਰੀ। ਪਰਫੈਕਟ ਦੇ ਵਿੱਚ ਆਪਾਂ ਥਰਡ ਫਾਰਮ ਹੀ ਯੂਜ਼ ਕਰਦੇ ਹਾਂ। ਇਸ ਦਾ ਇੱਕ ਵਾਕ ਬਣਾ ਕੇ ਦੇਖਦੇ ਹਾਂ। ਤਾਂ ਵਾਕ ਦੇ ਵਿੱਚ ਜਿਵੇਂ ਮੈਂ ਪੜ੍ਹਾ ਚੁੱਕਾ ਹੋਵਾਂਗਾ, I will have taught, ਇੱਦਾਂ ਆਪਾਂ ਕੁਝ ਵਾਕ ਬਣਾ ਸਕਦੇ ਹਾਂ। ਦੈਨ ਉਸ ਤੋਂ ਬਾਅਦ ਆਪਾਂ ਬਣਾਉਂਦੇ ਹਾਂ ਪਰਫੈਕਟ ਕੰਟੀਨਿਊਸ, ਫਿਊਚਰ ਪਰਫੈਕਟ ਕੰਟੀਨਿਊਸ। ਤਾਂ ਸੇਮ ਉਹੀ ਟਾਈਮਲਾਈਨ ਵਾਲੀ ਕੰਸੈਪਟ ਹੈ ਕਿ ਆਉਣ ਵਾਲੇ ਟਾਈਮ ਦੀ ਕੋਈ ਗੱਲ ਕਰ ਰਿਹਾ, ਪਰਟੀਕੂਲਰ ਪੁਆਇੰਟ ਦੀ ਗੱਲ ਕਰ ਰਿਹਾ, ਤੇ ਕੋਈ ਕੰਮ ਹੈ ਉਸ ਪੁਆਇੰਟ ਤੋਂ ਲੈ ਕੇ ਅੱਗੇ ਤੱਕ ਵੀ ਚੱਲ ਰਿਹਾ ਹੋਏਗਾ, ਤਾਂ ਉਹਦੇ ਲਈ ਅਸੀਂ ਯੂਜ਼ ਕਰਦੇ ਹਾਂ ਫਿਊਚਰ ਪਰਫੈਕਟ ਕੰਟੀਨਿਊਸ। ਜਿਵੇਂ ਹੁਣ 2020 ਚੱਲ ਰਿਹਾ, 2021 ਦੇ ਵਿੱਚ ਕੋਈ ਘਰ ਬਣਨਾ ਸ਼ੁਰੂ ਹੋਏਗਾ, ਤਾਂ 2021 ਤੋਂ 2022 ਤੱਕ ਉਹ ਬਣੇਗਾ। ਤਾਂ ਮੈਂ ਗੱਲ ਕਰ ਰਿਹਾ 2021 ਦਸੰਬਰ ਦੀ, ਤਾਂ ਮੈਂ ਕਹਾਂ 2021 ਦਸੰਬਰ ਦੇ ਵਿੱਚ ਉਹ ਘਰ ਬਣ ਰਿਹਾ ਹੋਵੇਗਾ, ਵੀ ਉਦੋਂ ਵੀ ਉਹ ਬਣ ਰਿਹਾ ਹੋਵੇਗਾ। ਇੱਦਾਂ ਦੇ ਐਕਸ਼ਨਸ ਦੇ ਲਈ ਅਸੀਂ ਯੂਜ਼ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਐਕਸ਼ਨਸ ਆਪਾਂ ਐਕਸਪਲੇਨ ਕਰਨੇ ਹੋਣ। ਰੂਲ ਦੇਖਦੇ ਹਾਂ ਜੀ। ਰੂਲ ਕਹਿੰਦਾ ਹੈ ਜਾਂ ਤਾਂ ਵਿਲ ਆਏਗਾ ਜਾਂ ਫਿਰ ਸ਼ੈਲ ਆਏਗਾ। ਸ਼ੈਲ ਦੇ ਨਾਲ ਆਪਾਂ ਲਗਾਉਣਾ ਹੈ ਹੈਵ, ਇਸ ਦੇ ਨਾਲ ਹੀ ਆਪਾਂ ਐਡ ਕਰਾਂਗੇ ਨੈਕਸਟ ਲਾਈਨ ਦੇ ਵਿੱਚ ਬੀਨ। ਬੀਨ ਦੇ ਨਾਲ ਹੀ ਐਡ ਕਰਦੇ ਹਾਂ ਸਿੰਸ ਜਾਂ ਫॉर ਅਕੋਰਡਿੰਗ ਟੂ ਸਿਚੁਏਸ਼ਨ। ਤਾਂ ਇਸੇ ਵਾਕ ਨੂੰ ਮੈਂ ਬਣਾਵਾਂ ਦੁਬਾਰਾ, I will have been studying, ਕਿ ਮੈਂ ਪੜ੍ਹ ਰਿਹਾ ਹੋਵਾਂਗਾ। ਹੁਣ ਦੇਖੋ ਉਰੇ ਸਿੰਸ ਫॉर ਬਹੁਤ ਰੇਅਰਲੀ ਯੂਜ਼ ਹੁੰਦਾ। ਤਾਂ ਇਹ ਸੀਗੇ ਰਾਜੇ ਆਪਣੇ ਟੈਂਸਿਸ। ਆਈ ਹੋਪ ਕਿ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ, ਤੇ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਤੁਸੀਂ ਦੁਬਾਰਾ ਰਿਵਾਈਜ਼ ਕਰੋ ਤਾਂ ਕਿ ਤੁਹਾਨੂੰ ਹੋਰ ਕਲੈਰਿਟੀ ਹੋਵੇ। ਤੇ ਟੈਂਸਿਸ ਦੇ ਉੱਪਰ ਹੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਕੀ ਅੱਛੀ ਇੰਗਲਿਸ਼ ਬੋਲ ਸਕਦੇ ਹੋ, ਪੜ੍ਹ ਸਕਦੇ ਹੋ, ਸਮਝ ਸਕਦੇ ਹੋ। ਐਂਡ ਟੈਂਸਿਸ ਦੇ ਨਾਲ ਹੀ ਤੁਸੀਂ ਵੋਇਸਿਸ ਨੂੰ ਸਮਝਣ ਦੇ ਕਾਬਲ ਹੋਵੋਗੇ। ਜੇ ਵੋਇਸਿਸ ਕਰਨੀਆਂ ਨੇ ਤਾਂ ਟੈਂਸਿਸ ਤੁਹਾਨੂੰ ਚੰਗੀ ਤਰ੍ਹਾਂ ਆਉਣੀਆਂ ਚਾਹੀਦੀਆਂ ਨੇ। ਵੋਇਸਿਸ ਮਤਲਬ ਐਕਟਿਵ ਪੈਸਿਵ ਵੋਇਸ, ਤਾਂ ਟੈਂਸ ਦੀ ਨੌਲੇਜ ਹੋਏਗੀ ਤਾਂ ਤੁਹਾਨੂੰ ਅੱਗੇ ਉਹ ਸਮਝ ਆਏਗਾ। ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਆਈ ਹੋਪ ਕਿ ਇਹ ਵੀਡੀਓ ਤੁਹਾਨੂੰ ਸਮਝ ਆਇਆ ਹੋਵੇਗਾ, ਇਹ ਟੌਪਿਕ ਸਮਝ ਆਇਆ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਵੀ ਲਾਈਕ ਕਰ ਦਿਆ ਕਰੋ। ਜੇ ਕੋਈ ਡਾਊਟ ਹੈ ਤਾਂ ਕਮੈਂਟ ਕਰਕੇ ਮੇਰੇ ਤੋਂ ਪੁੱਛ ਸਕਦੇ ਹੋ ਜਾਂ ਆਪਣੇ ਟੀਚਰ ਤੋਂ ਪੁੱਛ ਸਕਦੇ ਹੋ। ਟਿਲ ਦੈਨ ਗੁੱਡ ਬਾਏ ਐਂਡ ਹੈਵ ਅ ਨਾਈਸ ਡੇ।